ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਆਪ ਜੀ ਦਾ ਸਾਡੇ ਪੰਜਾਬੀ ਕਲਾਸਿਸ ਚੈਨਲ ਵਿੱਚ ਬਹੁਤ ਸਵਾਗਤ ਹੈ। ਅੱਜ ਅਸੀਂ 9th ਕਲਾਸ ਦੀ ਵੰਨਗੀ ਬੁੱਕ ਦਾ ਦੂਜਾ ਪਾਠ ਇਕਾਂਕੀ ਦਾ ਸਿਰਜਣਾ ਪੜ੍ਹਾਂਗੇ। ਅਤੇ ਇਸ ਤੋਂ ਪਹਿਲਾਂ ਅਸੀਂ ਇਸ ਦੀ ਪਾਰਟ 1 ਦੀ ਵੀ ਵੀਡੀਓ ਬਣਾਈ ਹੋਈ ਹੈ ਅਤੇ ਇਸ ਦੀ ਪਾਰਟ 1 ਦੀ ਵੀਡੀਓ ਮੈਂ ਤੁਹਾਨੂੰ ਆਈ ਬਟਨ ਵਿੱਚ ਅਤੇ ਡਿਸਕ੍ਰਿਪਸ਼ਨ ਬਾਕਸ ਵਿੱਚ ਦੇ ਦਿਆਂਗੀ, ਤੁਸੀਂ ਵੇਖ ਲੈਣਾ। ਅਤੇ ਪਾਰਟ 2 ਵੇਖਣ ਤੋਂ ਪਹਿਲਾਂ ਤੁਸੀਂ ਪਾਰਟ 1 ਦੀ ਵੀਡੀਓ ਜ਼ਰੂਰ ਵੇਖਣਾ ਤਾਂ ਕਿ ਤੁਹਾਨੂੰ ਪਾਠ ਨੂੰ ਚੰਗੀ ਤਰ੍ਹਾਂ ਸਮਝ ਸਕਣ। ਅਤੇ ਹੁਣ ਅਸੀਂ ਇਕਾਂਕੀ ਪੜ੍ਹ ਲੈਂਦੇ ਹਨ। ਆਵਾਜ਼ ਹੈਲੋ ਸਿਰਜਣਾ। ਹੈਲੋ ਦੀਪ, ਮੈਂ ਸਿਰਜਣਾ। ਆਵਾਜ਼ ਹਾਂ ਸਿਰਜਣਾ, ਕੀ ਹੋਇਆ, ਆਇਆ ਕੋਈ ਰਿਜ਼ਲਟ? ਸਿਰਜਣਾ ਨਹੀਂ ਦੀਪ, ਪਰ ਦੀਪ ਬੀਜੀ ਜੋ ਕਹਿ ਰਹੇ ਨੇ ਮੈਨੂੰ ਲੱਗਦਾ ਉਹ ਸਭ ਗਲਤ ਹੈ। ਆਵਾਜ਼ ਇਹ ਆਵਾਜ਼ ਜੋ ਦਿੱਤੀ ਹੋਈ ਹੈ ਇਹ ਦੀਪ ਦੀ ਆਵਾਜ਼ ਹੁੰਦੀ ਆ ਸਿਰਜਣਾ ਦੇ ਪਤੀ ਦੀ। ਕੀ ਠੀਕ ਹੈ ਅਤੇ ਕੀ ਗਲਤ? ਬੀਜੀ ਤੇਰੇ ਨਾਲੋਂ ਜ਼ਿਆਦਾ ਜਾਣਦੇ ਨੇ ਸਿਰਜਣਾ, ਦੁਨੀਆ ਦੇਖੀ ਹੋਈ ਆ ਉਹਨਾਂ ਨੇ ਸਾਰੀ। ਸਿਰਜਣਾ ਸਿਰਫ ਬਾਹਰ ਦੀ ਦੁਨੀਆ ਦੀ, ਪਰ ਇਹ ਜੋ ਕੁਛ ਵਾਪਰ ਰਿਹਾ ਹੈ ਬਾਹਰ ਦੀ ਦੁਨੀਆ ਵਿੱਚ ਨਹੀਂ, ਮੇਰੇ ਅੰਦਰ ਦੀ ਦੁਨੀਆ ਵਿੱਚ ਵਾਪਰ ਰਿਹਾ ਹੈ। ਜਦੋਂ ਦੀ ਮੇਰੀ ਕੁੱਖ ਅੰਦਰ ਉਹ ਕਰੁੰਬਟ ਫੁੱਟੀ ਹੈ, ਤੁਸੀਂ ਸੋਚ ਵੀ ਨਹੀਂ ਸਕਦੇ ਹੋ ਮੈਨੂੰ ਕਿੰਨਾ ਚੰਗਾ ਲੱਗ ਰਿਹਾ ਹੈ। ਮੈਨੂੰ ਲੱਗਦਾ ਮੈਂ ਇੱਕ ਸਿਰਜਣਾ ਕਰ ਰਹੀ ਹਾਂ। ਮੈਨੂੰ ਆਪਣੇ ਔਰਤ ਹੋਣ ਦੇ ਅਰਥ ਮਹਿਸੂਸ ਹੋ ਰਹੇ ਹਨ। ਆਵਾਜ਼ ਜੋ ਦੀਪ ਦੀ ਹੁੰਦੀ ਹੈ ਲਓ ਹੋ ਗਈ ਸ਼ੁਰੂ ਫਿਰ ਉਹੀ ਕਵਿਤਾ। ਗੱਲ ਤਾਂ ਸਿਰਫ ਇੰਨੀ ਕੁ ਹੈ ਸਿਰਜਣਾ ਕਿ ਤੈਨੂੰ ਆਦਤ ਹੈ ਹਰ ਗੱਲ ਦੇ ਮਨ 'ਤੇ ਲਾਉਣ ਦੀ, ਇਸ ਲਈ ਤੂੰ ਇਸ ਨਿੱਕੀ ਜਿਹੀ ਗੱਲ ਨੂੰ ਮਨ 'ਤੇ ਲਾ ਪਈ ਹੈ। ਸਿਰਜਣਾ ਪਰ ਕਿਸੇ ਕੋਲ ਦੁਨੀਆ ਵਿੱਚ ਆਉਣ ਦਾ ਹੱਕ ਖੋਹ ਲੈਣਾ ਸਿਰਫ ਇਸ ਕਰਕੇ ਕਿ ਉਹ ਲੜਕੀ ਹੈ, ਇਹ ਕੋਈ ਨਿੱਕੀ ਗੱਲ ਤਾਂ ਨਹੀਂ ਦੀਪ। ਆਵਾਜ਼ ਪਰ ਸਾਡੇ ਇੱਕ ਲੜਕੀ ਪਹਿਲਾਂ ਹੀ ਹੈ ਸਿਰਜਣਾ, ਬੀਜੀ ਦੀ ਟੈਨਸ਼ਨ ਬਿਲਕੁਲ ਜਾਇਜ਼ ਹੈ। ਇੰਨੀ ਜਾਇਦਾਦ ਹੈ ਕੌਣ ਸਾਂਭੇਗਾ ਮੁੜ ਕੇ? ਇਸ ਨੂੰ ਮੈਨੂੰ ਪਤਾ ਹੈ ਸਿਰਜਣਾ ਕਿ ਇਹ ਠੀਕ ਨਹੀਂ, ਪਰ ਇਹ ਪ੍ਰੋਪਰਟੀ ਕਲਚਰ ਹੈ, ਇਸ ਵਿੱਚ ਇੰਝ ਹੀ ਹੁੰਦਾ ਹੈ। ਜੋ ਬੀਜੀ ਜਿਵੇਂ ਕਹਿੰਦੇ ਨੇ ਤੂੰ ਉਵੇਂ ਕਰ ਲਈ। ਮੇਰੀ ਦਫ਼ਤਰ ਵਿੱਚ ਬਹੁਤ ਜ਼ਰੂਰੀ ਮੀਟਿੰਗ ਚੱਲ ਰਹੀ ਹੈ, ਆਪਾਂ ਬਾਅਦ ਵਿੱਚ ਗੱਲ ਕਰਾਂਗੇ। ਫੋਨ ਕੱਟ ਦਿੰਦਾ ਹੈ। ਸਿਰਜਣਾ ਬੁਰੀ ਤਰ੍ਹਾਂ ਨਿਰਾਸ਼ ਹੋ ਗਈ ਹੈ। ਮਾਸੀ ਆਉਂਦੀ ਹੈ, ਉਸਨੇ ਸਿਰਜਣਾ ਦੀਆਂ ਗੱਲਾਂ ਸੁਣ ਲਈਆਂ ਹਨ। ਮਾਸੀ ਰੱਤਾ ਉਦਾਸੀ ਨਾਲ ਆਹੀ ਗੱਲ ਪਸੰਦ ਨਹੀਂ ਬੀਬੀ ਰਾਣੀਏ, ਸਾਡੇ ਵੇਲੇ ਚੰਗੇ ਸੀ, ਆਹ ਨਾਮੁਰਾਦ ਮਸ਼ੀਨਾਂ ਤਾਂ ਨਹੀਂ ਸੀ ਹੁੰਦੀਆਂ। ਅਤੇ ਜੋ ਮਾਸੀ ਕਹਿੰਦੀ ਸੀਗੀ ਜੋ ਸਾਡਾ ਟਾਈਮ ਸੀਗਾ ਉਸ ਵਿੱਚ ਇਹ ਮਸ਼ੀਨਾਂ ਨਹੀਂ ਹੁੰਦੀਆਂ ਸੀਗਾ, ਅਤੇ ਹੁਣ ਇਹ ਮਸ਼ੀਨਾਂ ਜੋ ਆ ਗਈ ਨੇ ਇਹ ਗਲਤ ਪ੍ਰਭਾਵ ਪਾ ਦਿੰਦੀ ਆ ਦੁਨੀਆ ਵਿੱਚ। ਲੋਕ ਭਾਵੇਂ ਔਖੇ ਹੋ ਕੇ ਰੱਖਦੇ ਭਾਵੇਂ ਸੌਖੇ ਹੋ ਕੇ ਰੱਖਦੇ, ਪਾਲ ਤਾਂ ਲੈਂਦੇ ਸੀ ਧੀਆਂ ਨੂੰ। ਕਹਿੰਦੀ ਨਹੀਂ ਜੋ ਪਹਿਲਾਂ ਚਾਹੇ ਔਖੇ ਹੋ ਕੇ ਰੱਖਦੇ ਤਾਂ ਪਿਆਰ ਨਾਲ ਰੱਖਦੇ ਸੀਗੇ ਅਤੇ ਆਪਣੀ ਧੀਆਂ ਨੂੰ ਸੰਭਾਲ ਹੀ ਲੈਂਦੇ ਸੀਗੇ, ਪਰ ਇਹ ਮਸ਼ੀਨਾਂ ਕਰਕੇ ਤਾਂ ਮਾਰ ਹੀ ਦਿੰਦੇ ਨੇ। ਭਾਵੇਂ 3 ਹੁੰਦੀਆਂ ਭਾਵੇਂ 5, ਹੁਣ ਤਾਂ ਇੱਕ ਧੀ ਹੈ ਬਾਅਦ ਦੂਜੀ ਭਾਰ ਲੱਗਣ ਲੱਗ ਪੈਂਦੀ ਹੈ। ਹਮਦਰਦੀ ਪਰ ਹੈਰਾਨੀ ਵਿੱਚ ਸਿਰਜਣਾ ਕੋਲ ਆਉਂਦੀ ਹੈ। ਤੇਰਾ ਘਰ ਵਾਲਾ ਕੀ ਇਹੀ ਕਹਿੰਦੇ ਹੁਣ? ਚੱਲ ਫਿਰ ਤੂੰ ਕਾਹਨੂੰ ਮਨ 'ਤੇ ਬੋਝ ਰੱਖਦੀ ਹੈ ਜੇ ਉਹ ਸੋਚਦਾ। ਸਿਰਜਣਾ ਮੈਂ ਕਿਉਂ ਨਾ ਸੋਚਾਂ ਮਾਸੀ, ਮੇਰੇ ਸੀਨੇ ਵਿੱਚ ਦਿਲ ਧੜਕਦਾ ਹੈ ਜਿਸ ਵਿੱਚੋਂ ਇੱਕ ਨਹੀਂ ਹੋ ਆਵਾਜ਼ਾਂ ਸੁਣਦੀਆਂ ਨਹੀਂ ਮੈਨੂੰ, ਮੇਰੀ ਹੀ ਜ਼ੁਬਾਨ ਆਵਾਜ਼ਾਂ ਮਾਰਦੀ ਹੈ ਮੈਨੂੰ ਅੰਦਰੋਂ ਅੰਦਰੀ, ਕੋਈ ਛੂੰਹਦਾ ਹੈ ਆਪਣੇ ਨਿੱਕੇ ਨਿੱਕੇ ਹੱਥਾਂ ਨਾਲ ਮੈਨੂੰ। ਮਾਸੀ ਸਿਰਫ ਕੁਛ ਮਿੰਟਾਂ ਦੀ ਗੱਲ ਹੈ ਧੀਏ ਤੇ ਸਿਰਫ ਸਭ ਠੀਕ ਹੋ ਜਾਵੇਗਾ। ਸਿਰਜਣਾ ਉੱਚੀ ਉੱਚੀ ਰੋਂਦੀ ਹੈ। ਰੋਣ ਦੀ ਆਵਾਜ਼ ਸੁਣ ਕੇ ਡਾਕਟਰ ਅਤੇ ਦੋਵਾਂ ਨਰਸਾਂ ਦੌੜਦੀਆਂ ਆਉਂਦੀਆਂ ਹਨ। ਡਾਕਟਰ ਕੀ ਹੋਇਆ ਮਾਸੀ? ਅਤੇ ਸਿਰਜਣਾ ਨਹੀਂ ਹੋਣਾ ਡਾਕਟਰ ਸਾਹਿਬ, ਮੈਥੋਂ ਇਹ ਨਹੀਂ ਹੋਣਾ। ਨਹੀਂ ਹੋਣ ਦਾ ਕੀ ਮਤਲਬ ਹੈ? ਇਹ ਡਾਕਟਰ ਕਹਿੰਦੇ ਹਨ ਅਜਿਹਾ ਕੁਛ ਇੱਥੇ ਹੁੰਦਾ ਹੀ ਨਹੀਂ। ਬੀਜੀ ਹੋਵੇਗਾ ਕਿਵੇਂ ਨਹੀਂ ਡਾਕਟਰ ਸਾਹਿਬ, ਜ਼ਰੂਰ ਹੋਏਗਾ। ਅਤੇ ਡਾਕਟਰ ਕਹਿੰਦੇ ਹਨ ਤੁਹਾਨੂੰ ਕਿਹਾ ਨਾ ਮੈਂ ਅਜਿਹਾ ਨਹੀਂ ਕਰਦੀ। ਬੀਜੀ ਡਾਕਟਰ ਸਾਹਿਬ ਸਾਡੀ ਵੀ ਲੋੜ ਹੈ ਕੋਈ। ਮਾਸੀ ਲੋੜ ਤਾਂ ਉਸਦੀ ਵੀ ਹੈ। ਬੀਜੀ ਠੀਕ ਹੈ ਫਿਰ ਤੁਸੀਂ ਜੇ ਪੀਓ ਦੇ ਘਰ 'ਤੇ
ਪੁੱਗਾ ਲੈ ਕੇ ਲੋੜ ਜਿੰਨੇ ਵਾਰੀ ਜੀ ਕਰਦੇ। ਸਾਡੇ ਘਰ ਤਾਂ ਸਾਡੀ ਲੋੜ ਹੀ ਪਊਗੀ। ਸਿਰਜਣਾ, ਤੁਹਾਡੇ ਘਰ ਵਿੱਚ ਮੈਂ ਵੀ ਤਾਂ ਸ਼ਾਮਲ ਹਾਂ ਬੀਜੀ। ਬੀਜੀ, ਕਿਉਂ? ਤੂੰ ਕਦ ਤੋਂ ਸ਼ਾਮਲ ਹੈ ਉਸ ਘਰ ਵਿੱਚ? ਕੀ ਲੈ ਕੇ ਆਈ ਐ ਸੀ ਤੂੰ? ਟੁੱਟਾ ਭੱਜਾ ਦਾਜ? ਤੇ ਜੀ ਮੈਨੂੰ ਆਪਣੀ ਤਨਖਾਹ ਦਾ ਗੁਮਾਨ ਹੋਵੇ ਤਾਂ ਦੱਸਾਂ, ਉਸਦੇ ਨਾਲ ਦਾ ਘਰ ਦੇ ਨੌਕਰਾਂ ਦੇ ਡਰਾਈਵਰਾਂ ਦਾ ਖਰਚਾ ਕੀ ਨਿਕਲਦਾ? ਸਿਰਜਣਾ, ਉਸ ਘਰ ਵਿੱਚ ਮੈਂ ਆਪਣੇ ਆਪ ਨੂੰ ਲੈ ਕੇ ਆਈ ਹਾਂ ਬੀਜੀ, ਪੂਰੇ ਤਨ ਨਾਲ, ਪੂਰੇ ਮਨ ਨਾਲ। ਕੀ ਮੇਰਾ ਕੋਈ ਮੁੱਲ ਨਹੀਂ? ਕੋਈ ਮੁੱਲ ਨਹੀਂ ਮੇਰੇ ਤਨ ਦਾ, ਮੇਰੇ ਮਨ ਦਾ, ਮੇਰੀ ਹੋਂਦ ਦਾ? ਬੀਜੀ, 3600 ਮਿਲਦੀਆਂ ਸੀ ਤੇਰੇ ਵਰਗੀਆਂ ਨਾਲ ਮੋਟਰ ਕਾਰਾਂ, ਤੇ ਹੁਣ ਵੀ ਮਿਲ ਜਾਣਗੀਆਂ ਜੇ ਲੋੜ ਪਈ ਤਾਂ। ਹੁਣ ਤੇ ਬਹੁਤਾ ਤਮਾਸ਼ਾ ਜਿਹਾ ਨਾ ਕਰਕੇ ਵਿਖਾ ਲੋਕਾਂ ਨੂੰ। ਜੇ ਜੰਮਣੀ ਹੈ ਤਾਂ ਤੁਰ ਜਾ ਆਪਣੇ ਪਿਓ ਦੇ ਘਰ, ਜੇ ਰਹਿਣ ਮੇਰੇ ਘਰ ਤਾਂ ਉਂਝ ਕਰ ਲਵੇ ਜੋ ਮੈਂ ਕਹਿੰਦੀ ਹਾਂ। ਤੇ ਬੀਜੀ ਕਹਿੰਦੀ ਹੈ, ਜੇ ਤੁਸੀਂ ਇਹ ਹੀ ਕਰਨਾ ਤਾਂ ਆਪਣੇ ਘਰ ਤੁਰ ਜਾ ਤੇ ਆਪਣੇ ਪਿਓ ਦੇ ਘਰ ਤੁਰ ਜਾ। ਤੇਰੇ ਜਿਵੇਂ ਛੱਤੀਆਂ ਮੈਨੂੰ ਮਿਲ ਜਾਣਗੀਆਂ, ਤੇਰੇ ਸੇ ਵੀ ਚੰਗੀ ਤੇ ਤੇਰੇ ਸੇ ਵੀ ਅੱਛੀ। ਸਿਰਜਣਾ, ਪੂਰੇ ਹੌਸਲੇ ਤੇ ਮਾਣ ਨਾਲ। ਨਹੀਂ ਬੀਜੀ, ਅੱਗ ਬਬੂਲਾ ਹੋ ਕੇ ਕੀ? ਹਾਂ ਬੀਜੀ, ਜੇ ਤੁਹਾਡੇ ਪ੍ਰੋਪਰਟੀ ਕਲਚਰ ਵਿੱਚ ਮੁੱਲ ਸਿਰਫ ਔਰਤ ਦੀ ਕੁੱਖ ਨੂੰ ਲੱਗਣ ਵਾਲੇ ਫਲ ਦਾ ਹੈ ਤਾਂ ਮੈਂ ਤੁਹਾਨੂੰ ਕਿਸੇ ਵੀ ਕੀਮਤ 'ਤੇ ਆਪਣੀ ਕੁੱਖ ਕਿਰਾਏ 'ਤੇ ਦੇਣ ਲਈ ਤਿਆਰ ਨਹੀਂ। ਨਾਲੇ ਤੁਸੀਂ ਸੁਣਿਆ ਨਹੀਂ, ਡਾਕਟਰ ਸਾਹਿਬ ਕਹਿ ਰਹੇ ਸਨ ਕਿ ਇੱਥੋਂ ਲਿੰਗ ਟੈਸਟ ਨਹੀਂ ਹੁੰਦਾ। ਤੁਸੀਂ ਫਿਰ ਵੀ ਪੂਰੇ ਸਵੈ ਵਿਸ਼ਵਾਸ ਨਾਲ, ਤੁਹਾਨੂੰ ਲੱਗਦਾ ਬੀਜੀ ਕਿ ਮੇਰੀ ਹੋਂਦ ਦਾ ਕੋਈ ਮੁੱਲ ਨਹੀਂ, ਪਰ ਹੈ ਬੀਜੀ। ਘੱਟੋ ਘੱਟ ਮੇਰੀਆਂ ਨਜ਼ਰਾਂ ਵਿੱਚ ਤੇ ਮੈਂ ਆਪਣੀ ਹੀ ਹੱਥੀਂ ਆਪਣੀ ਹੀ ਅਣਜੰਮੀ ਧੀ, ਜੇਕਰ ਧੀ ਹੈ ਧੀ ਹੀ ਹੈ, ਤਾਂ ਮਾਰ ਕੇ ਆਪਣੀਆਂ ਹੀ ਨਜ਼ਰਾਂ ਵਿੱਚ ਆਪਣਾ ਹੀ ਮੁੱਲ ਘਟਾਉਣ ਨਹੀਂ ਚਾਹੁੰਦੀ ਬੀਜੀ। ਜਾਓ ਬੀਜੀ, ਤੁਹਾਡਾ ਘਰ ਛੱਡਿਆ। ਇਸ ਕਾਬਲ ਹਾਂ ਕਿ ਮੈਂ ਪਾਲ ਸਕਾਂ ਆਪਣੇ ਆਪ ਨੂੰ ਵੀ ਤਾਂ ਆਪਣੀਆਂ ਦੋਵਾਂ ਧੀਆਂ ਨੂੰ। ਬੀਜੀ ਹੋਰ ਅੱਗ ਬਬੂਲਾ ਹੋ ਜਾਂਦੀ ਹੈ। ਮਾਸੀ ਘਬਰਾ ਕੇ, ਇਹ ਤੂੰ ਕੀ ਕਰਦੀ ਹੈ ਬੀਬੀ? ਇਹ ਮੈਂ ਘਰ ਪਰਿਵਾਰ ਤੋਂ ਬਾਹਰ ਹੋ ਕੇ ਇਸ ਸਮੱਸਿਆ ਹੱਲ ਹੋ ਜੂਗੀ ਭਲਾ? ਤੇ ਮਾਸੀ ਕਹਿੰਦੀ ਹੈ ਕਿ ਘਰ ਨੂੰ ਛੱਡ ਕੇ ਕੋਈ ਆਪਣੀ ਸਮੱਸਿਆ ਹੱਲ ਹੋ ਜਾਂਦੀ ਹੈ? ਸਿਰਜਣਾ, ਘਰ ਪਰਿਵਾਰ ਦੇ ਨਾਲ ਰਹਿ ਕੇ ਤਾਂ ਇਹ ਸਮੱਸਿਆ ਹੱਲ ਨਹੀਂ ਹੁੰਦੀ ਪਈ ਮਾਸੀ। ਤੇ ਜੋ ਸਿਰਜਣਾ ਹੁੰਦੀ ਹੈ ਉਹ ਕਹਿੰਦੀ ਹੈ, ਮਾਸੀ ਘਰ ਪਰਿਵਾਰ ਦੇ ਨਾਲ ਰਹਿ ਕੇ ਤਾਂ ਸਮੱਸਿਆ ਹੱਲ ਨਹੀਂ ਹੁੰਦੀ। ਡਾਕਟਰ, ਇਸ ਲਈ ਮਿਸਿਜ਼ ਸਿਰਜਣਾ, ਕਿਉਂਕਿ ਇਹ ਸਮੱਸਿਆ ਸਿਰਫ ਤੁਹਾਡੀ ਨਹੀਂ ਪੂਰੀ ਸੁਸਾਇਟੀ ਦੀ ਹੈ। ਆਪਾਂ ਇਕੱਲੇ ਸੁਸਾਇਟੀ ਨੂੰ ਨਹੀਂ ਬਦਲ ਸਕਦੇ, ਹੋਰਾਂ ਵੀ ਆਪਾਂ ਵਾਂਗ ਸੋਚਣਾ ਚਾਹੀਦੇ। ਸਿਰਜਣਾ, ਮੈਂ ਕੁਝ ਵੀ ਬਦਲਣ ਦੀ ਕੋਸ਼ਿਸ਼ ਨਹੀਂ ਕਰ ਰਹੀ ਡਾਕਟਰ ਸਾਹਿਬ, ਮੈਂ ਤਾਂ ਸਗੋਂ ਆਪਣੇ ਆਪ ਨੂੰ ਬਦਲ ਲਈ ਜਾਣ ਤੋਂ ਬਚਾ ਰਹੀ ਹਾਂ। ਮੈਨੂੰ ਮਾਂ, ਮੇਰਾ ਕਰਮ ਉਸਦਾ ਸਿਰਜਣਾ, ਤੇ ਮੈਂ ਕਿਵੇਂ ਆਪਣੇ ਹੱਥੀਂ ਆਪਣੀ ਹੀ ਸਿਰਜਣਾ ਨੂੰ ਕਤਲ ਕਰਕੇ ਮਾਂ ਤੋਂ ਢਹਿਣ ਹੋ ਜਾਵਾਂ? ਬੀਜੀ, ਇਕੱਲੀ ਰਹਿ ਜਾਏਗੀ, ਇਕੱਲੀ। ਸਿਰਜਣਾ, ਇਕੱਲੀ ਤਾਂ ਮੈਂ ਸੀ ਬੀਜੀ। ਹੁਣ ਤੱਕ ਮੇਰੇ ਨਾਲ ਹੈ, ਮੈਂ ਹਾਂ। ਆਪਣੀ ਕੁੱਖ ਤੇ ਹੱਥ ਰੱਖ ਕੇ ਮੇਰੀ ਸਿਰਜਣਾ, ਤੁਸੀਂ ਦੇਖਣਾ ਇੱਕ ਦਿਨ ਇਹ ਸਿਰਜਣਾ ਇੱਕ ਰੁੱਖ ਬਣ ਕੇ ਇਸ ਧਰਤੀ ਉੱਤੇ ਪੁੰਗੇਗੀ, ਮੋਲੇਗੀ ਤੇ ਆਸਮਾਨ ਵਿੱਚ ਉੱਚਾ ਉੱਠੇਗੀ। ਫਿਰ ਲੋਕ ਸਿਰਜਣਾਵਾਂ ਕਰਕੇ ਸ਼ਰਮਿੰਦਾ ਨਹੀਂ ਹੋਣਗੇ, ਸਗੋਂ ਉਹਨਾਂ ਨੇ ਤੇ ਮਾਣ ਸਨਮਾਨ ਮਹਿਸੂਸ ਕਰਨਗੇ। ਫਿਰ ਕਦੇ ਵੀ ਕੋਈ ਸਿਰਜਣਾ ਕੁੱਖ ਵਿੱਚ ਕਤਲ ਨਹੀਂ ਹੋਵੇਗੀ। ਇੱਕ ਪਲ ਹਰ ਕੋਈ ਖਾਮੋਸ਼ ਹੋ ਜਾਂਦਾ ਹੈ, ਹਰ ਕੋਈ ਉਦਾਸ ਹੈ। ਸਿਰਜਣਾ ਆਪਣੇ ਬੈਗ ਚੁੱਕ ਕੇ ਜਾਣ ਲਈ ਦਰਵਾਜ਼ਾ ਖੋਲ੍ਹਦੀ ਹੈ ਕਿ ਸਾਹਮਣੇ ਕੁਲਦੀਪ ਖੜਾ ਹੈ, ਉਸਦੇ ਚਿਹਰੇ ਤੇ ਮੁਸਕਾਨ ਹੈ। ਬੀਜੀ ਖੁਸ਼ ਹੋ ਕੇ, ਦੀਪ ਤੂੰ ਆ ਵੇਖ ਲੈ ਪੁੱਤ ਕੀ ਤਮਾਸ਼ਾ ਕਰੀ ਜਾਂਦੀ ਹੈ ਇਹ ਲੋਕਾਂ ਸਾਹਮਣੇ। ਉਹ ਜ਼ੁਲਮ ਕੱਢੀਏ ਅੱਜ ਇਸ ਨੇ ਮੇਰਾ। ਤੇ ਜੋ ਬੀਜੀ ਹੁੰਦੀ ਹੈ ਉਹ ਆਪਣੇ ਬੇਟੇ ਨੂੰ ਕਹਿੰਦੀ ਹੈ ਕਿ ਇਸ ਬਹੂ ਨੇ ਮੇਰਾ ਜਲੂਸ ਹੀ ਕੱਢਤਾ ਲੋਕਾਂ ਦੇ ਸਾਹਮਣੇ। ਸਿਰਜਣਾ, ਸੌਰੀ ਦੀਪ, ਮੈਂ ਤੇ ਆਵਾਜ਼ ਕਿਸ ਦੀ ਹੁੰਦੀ ਹੈ? ਦੀਪ ਦੀ। ਤੂੰ ਕਿਉਂ ਫੀਲ ਕਰਦੀ ਹੈ?
ਸਿਰਜਣ, ਸੌਰੀ ਤਾਂ ਮੈਨੂੰ ਮਹਿਸੂਸ ਕਰਨੀ ਚਾਹੀਦੀ ਹੈ। ਜੋ ਫੈਸਲਾ ਮੈਨੂੰ ਕਰਨਾ ਚਾਹੀਦਾ ਸੀ ਉਹ ਤੈਨੂੰ ਕਰਨਾ ਪਿਆ। ਸਿਰਜਣਾ, ਜਿਵੇਂ ਵਿਸ਼ਵਾਸ ਨਹੀਂ ਹੋ ਰਿਹਾ ਸੀ, ਯਾਨੀ ਕਿ ਦੀਪ। ਆਵਾਜ਼, ਹਾਂ ਸਿਰਜਣ, ਤੂੰ ਜੋ ਕੀਤਾ ਬਿਲਕੁਲ ਠੀਕ ਕੀਤੇ, ਤੇ ਤੂੰ ਵੀ ਉਹ ਕਰ ਲੈਂਦੀ ਜੋ ਸਾਰੇ ਕਰਦੇ ਨੇ ਤਾਂ ਫਿਰ ਵੀ ਤੂੰ ਇੱਕ ਆਮ ਔਰਤ ਹੁੰਦੀ। ਮੈਨੂੰ ਖੁਸ਼ੀ ਹੈ ਮੇਰੀ ਜੀਵਨ ਸਾਥਣ ਕੋਈ ਆਮ ਔਰਤ ਨਹੀਂ। ਸਿਰਜਣਾ, ਹੁਣ ਖੁਸ਼ੀ ਭਰੇ ਹੰਝੂਆਂ ਨਾਲ ਉਹ ਦੀਪ। ਬੀਜੀ ਕੜਕ ਕੇ, ਦੀਪੇ ਇਹ ਕੀ ਕਹਿ ਰਿਹਾ ਤੂੰ? ਆਵਾਜ਼ ਦੀਪ ਦੀ, ਇਹ ਬੀਜੀ ਕਿ ਸਿਰਜਣਾ ਸਕੈਨਿੰਗ ਨਹੀਂ ਕਰਾਵੇਗੀ। ਉਹ ਜੋ ਵੀ ਹੈ ਅਸੀਂ ਰੱਖਣ ਜਾ ਰਹੇ ਹਾਂ ਉਸਨੂੰ। ਬੀਜੀ, ਅਸੀਂ ਰੱਖਣ ਜਾ ਰਹੇ ਹਾਂ। ਬੀਜੀ, ਪਰ ਪੁੱਤ ਪੂਰੇ 40 ਕਿੱਲੇ ਪਹਿਲੀ ਹੈ। ਦੀਪ, ਕਿੱਲੇ ਵੀ ਸਾਂਭੇ ਜਾਣਗੇ, ਸਾਨੂੰ ਕੋਈ ਫਰਕ ਨਹੀਂ ਬੀਜੀ। ਦੀਪ ਤੇ ਸਿਰਜਣਾ ਕਲੀਨਿਕ ਤੋਂ ਬਾਹਰ ਨਿਕਲਦੇ ਹਨ। ਬੀਜੀ ਦੇਖਦੇ ਰਹਿ ਜਾਂਦੇ ਹਨ। ਮਾਸੀ ਬਹੁਤ ਖੁਸ਼ ਹੈ ਤੇ ਡਾਕਟਰ ਵੀ ਬਾਹਰੋਂ ਠੰਡੀ ਹਵਾ ਆਉਂਦਿਆਂ ਮਹਿਸੂਸ ਹੋਣ ਲੱਗਦੀ ਹੈ। ਤੇ ਇਸ ਕਹਾਣੀ ਵਿੱਚ ਸਿਰਜਣਾ ਇੱਕ ਕੁੜੀ ਨੂੰ ਜਨਮ ਦੇ ਚੁੱਕੀ ਹੈ। ਹੁਣ ਉਹ ਦੁਬਾਰਾ ਗਰਭਵਤੀ ਹੈ। ਉਸ ਦੀ ਸੱਸ ਬੀਜੀ ਉਸ ਨੂੰ ਸਕੈਨਿੰਗ ਕਰਵਾਉਣਾ ਚਾਹੁੰਦੀ ਹੈ ਕਿਉਂਕਿ ਉਹ ਨਹੀਂ ਚਾਹੁੰਦੀ ਸੀ ਕਿ ਅੱਗੋਂ ਹੋਰ ਕੁੜੀ ਨੂੰ ਜਨਮ ਦੇਵੇ। ਇਸ ਮੰਤਵ ਲਈ ਉਹ ਉਸ ਨੂੰ ਉਸ ਦੀ ਮਰਜ਼ੀ ਦੇ ਖਿਲਾਫ ਕਲੀਨਿਕ ਲਿਜਾ ਕੇ ਉਸ ਦਾ ਅਲਟਰਾਸਾਊਂਡ ਕਰਵਾਉਣਾ ਚਾਹੁੰਦੀ ਸੀਗੀ। ਤੇ ਸਿਰਜਣਾ ਅਲਟਰਾਸਾਊਂਡ ਨਾ ਕਰਵਾਉਣ ਦਾ ਫੈਸਲਾ ਲੈਂਦੀ ਹੈ। ਇਸ ਫੈਸਲੇ ਦੇ ਟਿਕੇ ਰਹਿਣ ਲਈ ਉਹ ਆਪਣਾ ਘਰ ਤੱਕ ਛੱਡ ਲਈ ਤਿਆਰ ਹੋ ਜਾਂਦੀ ਹੈ, ਪਰ ਉਹ ਆਪਣੀ ਕੁੱਖ ਵਿੱਚ ਪਲ ਰਹੇ ਬੱਚੇ ਨੂੰ ਕਤਲ ਕਰਨ ਬਾਰੇ ਸੋਚ ਵੀ ਨਹੀਂ ਸਕਦੀ। ਉਹ ਇਕੱਲੀ ਆਪਣੀ ਸਿਰਜਣਾ ਨੂੰ ਜਨਮ ਦੇਣ ਦੇ ਉਸਦਾ ਪਾਲਣ ਕਰਨ ਦਾ ਫੈਸਲਾ ਲੈਂਦੀ ਹੈ। ਤੇ ਸਿਰਜਣਾ ਕੁੜੀ ਮੁੰਡੇ ਵਿੱਚ ਕੋਈ ਫਰਕ ਨਹੀਂ ਸਮਝਦੀ ਸੀ। ਉਹ ਆਪਣੀ ਸਸਤੀ ਕਹੇ ਇਸ ਗੱਲ ਵਿੱਚ ਤਿਆਰ ਨਹੀਂ ਹੁੰਦੀ ਜੇ ਉਸਦੇ ਪੇਟ ਵਿੱਚ ਕੁੜੀ ਹੋਵੇ ਤਾਂ ਉਸਦੇ ਜੰਮਣ ਤੋਂ ਪਹਿਲਾਂ ਹੱਤਿਆ ਕਰ ਦਿੱਤੀ ਜਾਵੇ। ਸਿਰਜਣਾ ਭਰੂਣ ਹੱਤਿਆ ਨੂੰ ਪਾਪ ਸਮਝਦੀ ਹੈ, ਇਸ ਲਈ ਉਸਨੇ ਉਸਦੀ ਮਰਜ਼ੀ ਦੇ ਖਿਲਾਫ ਉਸਦੀ ਸੱਸ ਹਸਪਤਾਲ ਲੈ ਜਾਂਦੀ ਹੈ, ਪਰ ਸਿਰਜਣਾ ਨੂੰ ਇਹ ਕੰਮ ਪਾਪ ਲੱਗਦਾ ਹੈ। ਸਿਰਜਣਾ ਦੁਆਰਾ ਲਏ ਫੈਸਲੇ ਨੂੰ ਸਹੀ ਮੰਨਦੇ ਹੋਏ ਕੁਲਦੀਪ ਉਸਦਾ ਸਾਥ ਦਿੰਦਾ ਹੈ ਤੇ ਫੈਸਲਾ ਕਰਦਾ ਹੈ ਕਿ ਅਸੀਂ ਅਲਟਰਾਸਾਊਂਡ ਨਹੀਂ ਕਰਵਾਉਣਾ। ਸਿਰਜਣਾ ਦੀ ਕੁੱਖ ਵਿੱਚ ਪਲ ਰਿਹਾ ਬੱਚਾ ਚਾਹੇ ਮੁੰਡਾ ਹੋਵੇ ਜਾਂ ਕੁੜੀ, ਅਸੀਂ ਉਹਨੂੰ ਰੱਖਣਾ ਹੈ ਤੇ ਕੋਈ ਲਿੰਗ ਨਿਰਧਾਰਨ ਟੈਸਟ ਨਹੀਂ ਕਰਵਾਉਣਾ। ਸਿਰਜਣਾ ਦੀ ਇਸ ਫੈਸਲੇ ਉੱਤੇ ਖੁਸ਼ ਹੋ ਕੇ ਕੁਲਦੀਪ ਕਹਿੰਦਾ ਹੈ ਕਿ ਉਹ ਆਮ ਔਰਤ ਨਹੀਂ ਹੈ ਤੇ ਉਸਦੇ ਹਰ ਫੈਸਲੇ ਨਾਲ ਸਹਿਮਤ ਹੁੰਦਾ ਹੈ। ਤੇ ਇਹ ਸੀਗੀ ਕਹਾਣੀ ਜੋ ਬੀਜੀ ਤੇ ਉਸਦੀ ਬਹੂ ਤੇ ਬੇਟੇ ਬਾਰੇ ਸੀ। ਮੁੰਡੇ, ਇਹ ਸੀਗਾ ਇਸ ਵੀਡੀਓ ਦਾ ਪਾਰਟ 2। ਜੇਕਰ ਆਪ ਨੂੰ ਵੀਡੀਓ ਚੰਗੀ ਲੱਗੀ ਹੋਣੀ ਹੈ ਤਾਂ ਲਾਈਕ ਕਰਨਾ, ਆਪਣੇ ਫਰੈਂਡਸ ਦੇ ਨਾਲ ਸ਼ੇਅਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਇਸ ਪਾਰਟ ਵਿੱਚ ਕੋਈ ਵੀ ਪ੍ਰੋਬਲਮ ਨਾ ਆ ਸਕਣ। ਸਬਸਕ੍ਰਾਈਬ ਕਰਨਾ। ਧੰਨਵਾਦ।